ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸ਼ਹੀਦਾਂ ਦਾ ਖਜ਼ਾਨਾ ਗੰਜ ਸ਼ਹੀਦਾਂ ਦੀ ਗੱਲ ਕਰ ਰਹੇ ਹਾਂ। ਕੀ ਆਖਦਾ ਹੈ ਕਵੀ? दीवान का अभी न हुआ इख्तिताम था, गर्दश में अभी बादाए इरफां का जाम था। इतने में आके कहने लगा एक गुलाम था, पहरे पे जो खड़ा हुआ बाला ई थाम था। बोला अदू की फौज है घेरे हिसार को, क्या हुक्म अब हजूर का जान निसार को। ਨੂਰਾਨੀ ਚਿਹਰਿਆਂ ਵਾਲੇ ਸਿੰਘ ਸੂਰਮੇ ਗੁਰੂ ਪਾਤਸ਼ਾਹ ਦੇ ਗਿਰਦ ਬੜੇ ਸਤਿਕਾਰ ਅਤੇ ਪਿਆਰ ਸਹਿਤ ਬੈਠੇ ਹੋਏ ਸਨ। ਆਤਮਿਕ ਆਨੰਦ ਨਾਲ ਭਰਪੂਰ ਗੁਰੂ ਪਾਤਸ਼ਾਹ ਦੇ ਮੁਖਾਰ ਬਿੰਦ ਵਿੱਚੋਂ ਆਤਮਿਕ ਸ਼ਾਂਤੀ ਦੀ ਝੜੀ ਲਗਾਉਣ ਵਾਲੇ ਸ਼ਬਦ ਫੁੱਲਾਂ ਵਾਂਗ ਝੜਦੇ ਪ੍ਰਤੀਤ ਹੋ ਰਹੇ ਸਨ। ਦੂਜੇ ਪਾਸੇ ਕਵੀ ਦੇ ਸ਼ਬਦਾਂ ਵਿੱਚ ਆਤਮਿਕ ਗਿਆਨ ਨਾਲ ਭਰਪੂਰ ਪਿਆਲੇ ਸੰਗਤ ਵਿੱਚ ਵੰਡੇ ਜਾ ਰਹੇ ਸਨ। ਇਸੇ ਸਮੇਂ ਇੱਕ ਸਿੱਖ ਗੁਲਾਮ ਫਤਿਹ ਬੁਲਾ ਕੇ ਸਤਸੰਗਤ ਵਿੱਚ ਆਣ ਖੜਾ ਹੋਇਆ। ਇਹ ਸਿੰਘ ਸੂਰਮਾ ਕੋਠੇ ਉੱਪਰ ਪਹਿਰਾ ਦੇ ਰਿਹਾ ਸੀ। ਇਸ ਸਿੰਘ ਨੇ ਨਿਮਰਤਾ ਸਹਿਤ ਗੁਰੂ ਜੀ ਸਨਮੁਖ ਬੇਨਤੀ ਕੀਤੀ ਕਿ ਪਾਤਸ਼ਾਹ ਜੀ, ਦੁਸ਼ਮਣ ਦੀ ਅਣਗਿਣਤ ਫੌਜ ਨੇ ਕਿਲੇ ਨੂੰ ਪੂਰੀ ਤਰ੍ਹਾਂ ਨਾਲ ਘੇਰ ਲਿਆ। ਹੁਣ ਆਪ ਜੀ ਦਾ ਦਾਸ ਪ੍ਰਤੀ ਕੀ ਹੁਕਮ ਹੈ? ਹਮ ਆਖਰ ਚਿਹ ਮਰਦੀ ਕੁਨਦ ਕਾਰਜ਼ਾਰ, ਕਿਹਾ ਬਰ ਚਹਿਲ ਤਨ ਆਇਆ ਦਾਸ਼ ਬੇਸ਼ੁਮਾਰ। ਔਰੰਗਜ਼ੇਬ ਆਖਰ ਇਸ ਅਸਾਮੀ ਲੜਾਈ ਵਿੱਚ ਇਕੱਲੀ ਬਹਾਦਰੀ ਵੀ ਕੀ ਕਰਦੀ ਜਦੋਂ ਭੁੱਖੇ ਪਿਆਸੇ 40 ਕੁ ਸੂਰਮਿਆਂ ਉੱਪਰ ਬੇਸ਼ੁਮਾਰ ਫੌਜ ਟੁੱਟ ਕੇ ਪੈ ਗਈ। ਭੱਟ ਬਹੀਆਂ ਉੱਪਰ ਆਧਾਰਿਤ ਸਰੋਤਾਂ ਵਿੱਚ ਗੜ੍ਹੀ ਅੰਦਰ ਗੁਰੂ ਸਾਹਿਬ ਦੁਆਰਾ ਯੁੱਧ ਨੀਤੀ ਅਨੁਸਾਰ ਜਿਸ ਵਿੱਚ ਸਿੰਘਾਂ ਨੂੰ ਤੈਨਾਤ ਕਰਨ ਦਾ ਜ਼ਿਕਰ ਮਿਲਦਾ, ਉਸ ਅਨੁਸਾਰ ਵੀ ਸਿੰਘਾਂ ਦੀ ਗਿਣਤੀ 40 ਤੋਂ 50 ਦੇ ਦਰਮਿਆਨ ਪ੍ਰਤੀਤ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਾਇਰ ਫਿਰ ਕੀ ਆਖਦਾ ਹੈ? इरशाद हो तो सबको अकेला भगा के आऊँ, अजमेर चंद आन मैं कैदी बना के आऊँ। वाजीद खां का सर भी अभी जाके मैं उड़ाऊँ, एक सिंह 1 लाख पे गालिब हुआ दिखाऊँ। शाबाश कह के सतगुर फौरन खड़े हुए, जुर्रत पी पहरेदार की वो खुश बड़े हुए। पैरे उपर खड़े सिंह ने गुरु पातशाह सन्मुख हथ जोड़ के निमरता सहित बेनती की ਅਤੇ ਆਪਣੀ ਦਲੇਰੀ ਅਤੇ ਦ੍ਰਿੜਤਾ ਦਾ ਮੁਜ਼ਾਹਰਾ ਕਰਦਿਆਂ ਕਿਹਾ ਕਿ ਪਾਤਸ਼ਾਹ ਜੀਓ, ਜੇਕਰ ਆਪ ਜੀ ਦਾ ਹੁਕਮ ਹੋਵੇ ਤਾਂ ਮੈਂ ਇਕੱਲਾ ਹੀ ਸਾਰੇ ਦੁਸ਼ਮਣ ਦੇ ਦਲ ਨੂੰ ਭਜਾ ਸਕਦਾ ਹਾਂ। ਆਪ ਆਗਿਆ ਬਖਸ਼ੋ ਤਾਂ ਕਹਿਲੂਰ ਦੇ ਰਾਜੇ ਅਜਮੇਰ ਚੰਦ ਨੂੰ ਹੁਣੇ ਹੀ ਕੈਦੀ ਬਣਾ ਕੇ ਆਪ ਦੇ ਸਨਮੁਖ ਆਨ ਹਾਜ਼ਰ ਕਰਾਂ ਅਤੇ ਸੂਬੇ ਸਰਹੱਦ ਵਾਜ਼ੀਦ ਖਾਨ ਦਾ ਸਿਰ ਵੀ ਹੁਣੇ ਧੜ ਤੋਂ ਵੱਖਰਾ ਕਰਕੇ ਆਪ ਦੇ ਚਰਨਾਂ ਵਿੱਚ ਸੁੱਟ ਦੇਵਾਂ। ਗੁਰੂ ਪਾਤਸ਼ਾਹ ਸਿੰਘ ਸੂਰਮੇ ਦੀ ਹਿੰਮਤ ਅਤੇ ਦਲੇਰੀ ਤੋਂ ਬਹੁਤ ਪ੍ਰਸੰਨ ਹੋਏ ਅਤੇ ਦਲੇਰੀ ਦਾ ਥਾਪੜਾ ਦਿੰਦੇ ਹੋਏ ਖੜੇ ਹੋ ਗਏ ਅਤੇ ਸਿੰਘ ਸੂਰਮੇ ਦੀ ਦਲੇਰੀ ਦੇ ਅਤਿਅੰਤ ਪ੍ਰਸੰਨ ਹੋਏ। ਕੀ ਆਖਦੇ ਨੇ ਸਤਿਗੁਰ ਸੱਚੇ ਪਾਤਸ਼ਾਹ? ਮੇਰੇ सतगुरु, खेमों को अपने रवां फिर जवां हुए, हथियार कस के उपची शेर यहाँ हुए। जब किला में बुलंद गुरु के निशां हुए, सामने जंग देख के सब शादमां हुए। सिंगों की फौज हो चुकी आहन में गर्क थी, थे सर पे खोद थर में जिर का ताब फर्क थी। ਗੁਰੂ ਪਾਤਸ਼ਾਹ ਦੇ ਉੱਠ ਕੇ ਖੜੇ ਹੋਣ ਦੀ ਦੇਰ ਸੀ ਕਿ ਸਾਰੇ ਸਿੰਘ ਸੂਰਮੇ ਉੱਠ ਕੇ ਖੜੇ ਹੋ ਗਏ ਅਤੇ ਆਪਣੇ ਆਪਣੇ ਥਾਵਾਂ ਵੱਲ ਤੁਰ ਪਏ ਜਿੱਥੇ ਉਹਨਾਂ ਦੇ ਸ਼ਸਤਰ ਪਏ ਹੋਏ ਸਨ। ਸਿੰਘਾਂ ਨੇ ਸ਼ਸਤਰ ਪਹਿਨਣੇ ਆਰੰਭ ਕੀਤੇ। ਰੋਹ ਭਰੇ ਸਿੰਘ ਸੂਰਮੇ ਹਥਿਆਰ ਕੱਸ ਕੇ ਲੋਹੇ ਨਾਲ ਜੜੇ ਹੋਏ ਪ੍ਰਤੀਤ ਹੋ ਰਹੇ ਸਨ। ਖਾਲਸਾਈ ਸ਼ਾਨ ਦੇ ਪ੍ਰਤੀਕ ਨਿਸ਼ਾਨ ਸਾਹਿਬ ਸਿੰਘਾਂ ਨੇ ਕਿਲੇ ਕੱਚੀ ਗੜੀ ਵਿੱਚ ਗੱਡ ਦਿੱਤੇ। ਸਿੰਘਾਂ ਦੇ ਚਿਹਰਿਆਂ ਉੱਪਰ ਅਗੰਮੀ ਨੂਰ ਝਲਕ ਰਿਹਾ ਸੀ। ਆਮ ਇਨਸਾਨ ਤਾਂ ਸਾਹਮਣੇ ਅਣਗਿਣਤ ਦੁਸ਼ਮਣਾਂ ਨੂੰ ਵੇਖ ਕੇ ਖੌਫਜ਼ਦਾ ਹੋ ਜਾਂਦਾ ਹੈ, ਪਰੰਤੂ ਗੁਰੂ ਪਾਤਸ਼ਾਹ ਦੇ ਪੁੱਤਰ ਸਿੰਘ ਸੂਰਮੇ ਸਾਹਮਣੇ ਦੁਸ਼ਮਣਾਂ ਦੀ ਆਮਦ ਨੂੰ ਵੇਖ ਕੇ ਪ੍ਰਸੰਨਚਿਤ ਹੋ ਰਹੇ ਸਨ। ਸਾਰਿਆਂ ਦੇ ਚਿਹਰਿਆਂ ਉੱਪਰ ਖੁਸ਼ੀ ਅਤੇ ਜਾਮ ਸ਼ਹਾਦਤ ਪੀਣ ਦਾ ਚਾਅ ਝਲਕ ਰਿਹਾ ਸੀ। ਸਿੰਘ ਸੂਰਮੇ ਪੂਰੀ ਤਰ੍ਹਾਂ ਤਿਆਰ ਹੋ ਚੁੱਕੇ ਸਨ। ਸੰਜੋਆ ਨਾਲ ਸਾਰੇ ਤਨ ਢਕੇ ਹੋਏ ਪ੍ਰਤੀਤ ਹੋ ਰਹੇ ਸਨ। ਸੀਸ ਉੱਪਰ ਸਜਾਈਆਂ ਦਸਤਾਰਾਂ ਉੱਪਰ ਪਹਿਨੇ ਲੋਹ ਚੱਕਰ ਇਸ ਤਰ੍ਹਾਂ ਚਮਕ ਰਹੇ ਸਨ ਜਿਵੇਂ ਸਿਰ ਉੱਪਰ ਲੋਹ ਟੋਪ ਪਾਇਆ ਹੋਇਆ ਹੋਵੇ। ਲੋਹੇ ਦੀਆਂ ਬਰੀਕ ਚਮਕਦਾਰ ਤਾਰਾਂ ਦੀ ਬਣੀ ਹੋਈ ਸੰਜੋ ਦੀ ਚਮਕ ਅੱਖ ਨੂੰ ਝੁੰਧਿਆ ਰਹੀ ਸੀ। खेमों से लैस होकर अकाली निकल पड़े, खंजर उठाया तेग संभाली निकल पड़े। लेकर तुफंगबाज दुनाली निकल पड़े, इतने में गुल हुआ शाहे आली निकल पड़े। खुर्शैद देख सरबर फौज अकाल को, किबल अज दोपहर शर्म से पहुँचा जवाल को। ਆਪਣੇ ਆਪਣੇ ਸ਼ਸਤਰਾਂ ਅਤੇ ਸੰਜੋਆਂ ਨਾਲ ਲੈਸ ਹੋ ਕੇ ਗੁਰੂ ਪਾਤਸ਼ਾਹ ਦੇ ਸਿੰਘ ਸੂਰਮੇ ਤਿਆਰ ਹੋ ਗਏ। ਕਿਸੇ ਨੇ ਹੱਥ ਵਿੱਚ ਖੰਜਰ ਅਤੇ ਕਿਸੇ ਨੇ ਤੇਗ ਫੜੀ ਹੋਈ ਸੀ। ਕੋਈ ਬੰਦੂਕ ਨਾਲ ਲੈਸ ਸੀ ਅਤੇ ਕਈਆਂ ਨੂੰ ਦੁਨਾਲੀ ਬੰਦੂਕਾਂ ਸੰਭਾਲੀਆਂ ਹੋਈਆਂ ਸਨ। ਸਿੰਘ ਸੂਰਮੇ ਸ਼ਸਤਰਾਂ ਨਾਲ ਲੈਸ ਹੋ ਕੇ ਮੈਦਾਨੇ ਜੰਗ ਵਿੱਚ ਝੂਜਣ ਵਾਸਤੇ ਤਿਆਰ ਹੀ ਖੜੇ ਸਨ ਕਿ ਇੰਜ ਝਲਕਾਰਾ ਪਿਆ ਕਿ ਜਿਵੇਂ ਉੱਚੇ ਮਰਤਬੇ ਨਾਲ ਸ਼ਹਿਨਸ਼ਾਹ ਨਿਕਲ ਆਏ ਹੋਣ। ਅਰਥਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਤਿਆਰ ਹੋ ਸ਼ਸਤਰਧਾਰੀ ਹੋ ਕੇ ਸਿੰਘ ਦਰਮਿਆਨ ਆ ਖੜੇ ਹੋਏ। ਗੁਰੂ ਪਾਤਸ਼ਾਹ ਸ਼ਸਤਰ ਨਾਲ ਲੈਸ ਹੋ ਕੇ ਬੜੇ ਹੀ ਸੁੰਦਰ ਲੱਗ ਰਹੇ ਸਨ। ਸ਼ਸਤਰਾਂ ਦੀ ਤਾਸ਼ ਤਾਂ
ਸੂਰਜ ਪਾਸੋਂ ਵੀ ਨਹੀਂ ਝੱਲੀ ਜਾ ਰਹੀ। ਸੂਰਜ ਵੀ ਪਾਤਸ਼ਾਹ ਦੇ ਜਾਹੋ ਜਵਾਲ ਨੂੰ ਵੇਖ ਕੇ, ਚਮਕ ਦਮਕ ਵੇਖ ਕੇ ਸ਼ਰਮਸ਼ਾਰ ਹੁੰਦਾ ਜਾ ਰਿਹਾ ਸੀ। ਕਵੀ ਦੇ ਸ਼ਬਦਾਂ ਵਿੱਚ ਸੂਰਜ ਤਾਂ ਸ਼ਾਮ ਤੋਂ ਪਹਿਲਾਂ ਹੀ ਘਟਦਾ ਜਾ ਰਿਹਾ ਤੇ ਪੱਛਮ ਵੱਲ ਛੁਪਦਾ ਜਾ ਰਿਹਾ ਸੀ। जिसका किया हजूर ने जाकर क्याम था, चमकौर की गड़ी में ये एक उच्च थाम था। इस जा से 4 कुंट का नज़ारा आम था, दिखता यहाँ से लश्कर आदा तमाम था। असवार भी असवार थे फैले हुए रन में, प्यादे थे या थे आदमी घास उग पड़ी वन में। ਚਮਕੌਰ ਦੇ ਨਗਰ ਵਿੱਚ ਇਸ ਗੜੀ ਜਿਸ ਵਿੱਚ ਗੁਰੂ ਪਾਤਸ਼ਾਹ ਠਹਿਰੇ ਹੋਏ ਸਨ, ਡੇਰਾ ਕੀਤਾ ਹੋਇਆ ਸੀ, ਇਹ ਇਸ ਨਗਰ ਦਾ ਸਭ ਤੋਂ ਉੱਚਾ ਸਥਾਨ ਸੀ। ਇਸ ਗੜੀ ਉੱਪਰ ਇੱਕ ਬੜਾ ਉੱਚਾ ਕੋਠਾ ਬਣਿਆ ਹੋਇਆ ਸੀ, ਕੱਚਾ ਕੋਠਾ ਸੀ, ਜਿਸ ਉੱਪਰ ਖੜੇ ਹੋ ਕੇ ਚਾਰੇ ਪਾਸੇ ਦਾ ਨਜ਼ਾਰਾ ਆਰਾਮ ਨਾਲ ਵੇਖਿਆ ਜਾ ਸਕਦਾ ਸੀ। ਇਸ ਸਥਾਨ ਤੋਂ ਖੜੇ ਹੋ ਕੇ ਦੇਖਿਆ, ਦੁਸ਼ਮਣ ਦੀ ਬੇਸ਼ੁਮਾਰ ਫੌਜ ਨਜ਼ਰ ਆ ਰਹੀ ਸੀ। ਚਮਕੌਰ ਦੀ ਗੜੀ ਦੇ ਦੁਆਲੇ ਫੈਲੇ ਹੋਏ ਸਥਾਨ ਵਿੱਚ ਚਾਰੇ ਪਾਸੇ ਦੁਸ਼ਮਣ ਦੀ ਫੌਜ ਦੇ ਘੋੜਸਵਾਰ ਜਵਾਨ ਖਿਲਰੇ ਹੋਏ ਸਨ। ਪੈਦਲ ਫੌਜ ਦੀ ਗਿਣਤੀ ਵੀ ਬੇਸ਼ੁਮਾਰ ਸੀ। ਇਸ ਤਰ੍ਹਾਂ ਦੀ ਵਧੇਰੇ ਗਿਣਤੀ ਵਿੱਚ ਦੁਸ਼ਮਣ ਦਾ ਲਸ਼ਕਰ ਇੰਜ ਲੱਗ ਰਿਹਾ ਸੀ ਜਿਵੇਂ ਜੰਗਲ ਵਿੱਚ ਸੰਘਣਾ ਘਾਹ ਉੱਗਿਆ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੇਰੇ ਕਲਗੀਆਂ ਵਾਲੇ, ਮੇਰੇ ਸਤਿਗੁਰੂ, ਮੇਰੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।